राजलीला राजन की रचना कियो हुक्म पारा। बठिंडे मसीत विच एक काजी रहिंदा सी। उसते कोई औलाद नहीं सी। काजी बाबा जी दे दर्शन करन आउंदा, पर मंग मन विच ही लैके मुड़ जांदा। कई बार आया। एक दिन महाराज बाबा जी ने काजी ने पुछया, कित्थों आउंदा है? जात गोत की है? कोई तृष्णा है? अंतरजामी मन दिल दियां बुझ लैंदे हन। उसने उत्तर दिता, महाराज बठिंडे मसीत विच काजी हाँ, घर कोई औलाद नहीं है, बख्शिश कर दिओ। हस के हजूर ने वचन किया, साडे कोल मुंडे किते धरे पए हन जो चुक के दे दईए। काजी ने वार वार बेनती की, महाराज तुहाडे पासों ही दात लैनी है, जद मर्जी बख्श दिओ। हजूर ने फरमाया, साडा फिर वचन मन्नेगा? जो असी आखांगे करना पवेगा। आप जो हुक्म दिओगे मैं उही करांगा। काजी ने तरला किया, तेरे जेड़ा खूंजे विच रुपया दबिया है वो अद्धा साडा होवेगा, क्यों मंजूर है? हजूर ने फरमाया, हजूर मैनू मंजूर है। चंगा जा, फिर समा आउण ते तेरे घर पुत्र होवेगा। हजूर दा वचन सी। 6-7 महीने कोई उम्मीद ना होई तां काजी फिर बाबा जी कोल आया। फिर बेनती की, महाराज कृपा करो। हजूर हस के कहण लगे, किसे चंगे सूर नूं मरता लैण दे। समा पा के काजी दे घर पुत्र हो गया। बाबा जी नाल कीता वायदा याद आया। घर दे खूंजे विच रुपए कढे ਅਤੇ 2 ਢੇਰੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਗਿਣ ਗਿਣ ਕੇ ਇੱਕੋ ਜਿੰਨੇ ਦੋਨੋਂ ਪਾਸੇ ਪਾਈ ਜਾਵੇ। ਜੇ ਰੁਪਏ ਅੱਧੋ ਅੱਧਾ ਕਰ ਲਏ ਤਾਂ ਆਪ ਆਉਣ ਲਈ ਤਿਆਰੀ ਕਰਨ ਲੱਗੇ। ਘਰਵਾਲੀ ਨੇ ਮੌਕਾ ਤਾੜ ਕੇ ਬਾਬਾ ਜੀ ਨੂੰ ਲੈ ਕੇ ਜਾਣ ਵਾਲੀ ਢੇਰੀ ਕੁਝ ਰੁਪਏ ਕੱਢ ਕੇ ਆਪਣੇ ਢੇਰੀ ਵਿੱਚ ਰਲਾ ਦਿੱਤੇ। ਤਿਆਰ ਹੋ ਕੇ ਰੁਪਏ ਲੈ ਕੇ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਪੁੱਤਰ ਹੋਇਆ ਹੈ। ਆਪ ਜੀ ਦਾ ਵਚਨ ਪੂਰਾ ਕਰਨ ਲਈ ਅੱਧੀ ਮਾਇਆ ਵੀ ਲੈ ਕੇ ਆਇਆ ਹਾਂ। ਬਾਬਾ ਜੀ ਨੇ ਵਚਨ ਕੀਤਾ, ਮੀਆਂ ਤੂੰ ਸੱਚਾ ਹੈ, ਪਰ ਸੂਰੀ ਨੇ ਸਾਡੇ ਵਾਲੀ ਢੇਰੀ ਵਿੱਚੋਂ ਘਰ ਵਾਲੀ ਢੇਰੀ ਵਿੱਚ ਰਲਾ ਦਿੱਤੇ ਹਨ। ਜਾ ਇਹ ਵੀ ਲੈ ਜਾ, ਅਸੀਂ ਮਾਇਆ ਕੀ ਕਰਨੀ ਹੈ। ਮੀਆਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜ਼ਰੂਰ ਰੱਖ ਲਓ। ਬਾਦਸ਼ਾਹ ਨੇ ਹੁਕਮ ਕੀਤਾ, ਚੰਗਾ ਫਿਰ ਇਸ ਦੇ ਵਿੱਚ ਕੁਝ ਰੁਪਏ ਬਠਿੰਡੇ ਘਰਾਟਾਂ ਤੇ ਦੇ ਦੇਵੀਂ, ਕਿਉਂਕਿ ਅਸੀਂ ਕਦੇ ਕਦੇ ਉੱਥੋਂ ਆਟਾ ਮੰਗਵਾਉਂਦੇ ਹਾਂ। ਸਤ ਵਚਨ ਕਹਿ ਕੇ ਕਾਜੀ ਆਗਿਆ ਲੈ ਕੇ ਚਲਾ ਗਿਆ ਅਤੇ ਬਠਿੰਡੇ ਘਰਾਟਾਂ ਵਾਲਿਆਂ ਨੂੰ ਪੈਸੇ ਦੇ ਗਿਆ। ਨਾਨਕ ਕੱਚੜਿਆਂ ਸੋ ਤੋੜ, ਢੂੜ ਸੱਜਣ ਸੰਤ ਪੱਕਿਆ। ਮੁਲਤਾਨ ਦੇ ਪੀਰਾਂ ਦੀ ਇੱਕ ਗੁਰਸਿੱਖ ਰਿੱਧੀ ਸਿੱਧੀ ਸਿੱਖਣ ਲਈ ਸੇਵਾ ਕਰਿਆ ਕਰਦੀ ਸੀ। ਉਹਨਾਂ ਪੀਰਾਂ ਵਿੱਚੋਂ ਇੱਕ ਪੀਰ ਨੇ ਕਲਾਮਾਂ ਨਾਲ ਗੁਰਸਿੱਖ ਬੰਨ੍ਹ ਲਿਆ। ਪਾਗਲ ਰੂਪ ਵਿੱਚ ਜ਼ਰਕ ਚਿੰਬੜਿਆ ਸੀ, ਫਿਰਦਾ ਰਹਿੰਦਾ ਤੇ ਸੇਵਾ ਕਰਦਾ ਰਹਿੰਦਾ। 9 ਸਾਲ ਦਾ ਸਮਾਂ ਬੀਤ ਗਿਆ। ਸਰੀਰ ਵਿੱਚ ਦਰਦ ਹੋਣ ਲੱਗ ਪਿਆ। ਕਿਸੇ ਰਾਹੀ ਤੋਂ ਬਾਬਾ ਜੀ ਦੀ ਸਰੋਤ ਸੁਣੀ। ਇੱਕ ਦਿਨ ਮੌਕਾ ਵਿਚਾਰ ਕੇ ਉੱਥੋਂ ਭੱਜ ਕੇ ਬਾਬਾ ਜੀ ਪਾਸ ਆ ਗਿਆ। ਆਗਿਆ ਲੈ ਕੇ ਉੱਪਰ ਚਲਾ ਗਿਆ। ਇੱਥੇ ਆ ਕੇ ਕੁਝ ਸ਼ਾਂਤੀ ਮਿਲੀ। ਹਜੂਰ ਨੇ ਪੁੱਛਿਆ, ਕਿੱਥੋਂ ਅਤੇ ਕਿਵੇਂ ਆਇਆ ਹੈ? ਉਸਨੇ ਸਾਰੀ ਮਿੱਥਿਆ ਸੁਣਾ ਕੇ ਬੇਨਤੀ ਕੀਤੀ, ਸਰੀਰ ਵਿੱਚ ਬਹੁਤ ਦਰਦ ਰਹਿੰਦਾ ਹੈ। ਇਹ ਬਿਮਾਰੀ ਤੈਨੂੰ ਕਿੱਥੋਂ ਲੱਗੀ? ਬਾਬਾ ਜੀ ਨੇ ਬਚਨ ਕੀਤਾ, ਮਹਾਰਾਜ ਮੈਂ ਰਿੱਧੀ ਸਿੱਧੀ ਸਿੱਖ ਰਿਹਾ ਸੀ। ਉਸਨੇ ਉੱਤਰ ਦਿੱਤਾ, ਬਚਨ ਹੋਇਆ, ਗੁਰਬਾਣੀ ਤੋਂ ਵੱਧ ਸਿੱਧੀ ਕੀ ਹੈ? ਜੇ ਪੀਰ ਨੂੰ ਸੱਦੀਏ ਤਾਂ ਪਛਾਣ ਲਵੇਂਗਾ? ਹਾਂ ਜੀ ਮਹਾਰਾਜ, ਪਛਾਣ ਲਵਾਂਗਾ। ਜੋ ਕਲਾਮ ਪੀਰ ਨੇ ਇਸ ਨੂੰ ਲਾਇਆ ਸੀ ਉਹ ਪੀਰ ਨੂੰ ਲਾ ਦਿੱਤਾ। ਪੀਰ ਤੜਫਣ ਲੱਗ ਪਿਆ।
ਪੀਰ ਤਾਂਤਰਿਕ ਵਿੱਦਿਆ ਨਾਲ ਡੇਰੇ ਪਹੁੰਚਿਆ ਅਤੇ ਹਜ਼ੂਰ ਦੇ ਚਰਨੀ ਢਹਿ ਪਿਆ। ਬਾਬਾ ਜੀ ਨੇ ਬਚਨ ਕੀਤਾ, ਸੱਚੇ ਮੁਸਲਮਾਨ ਬਣਨਾ ਠੀਕ ਹੈ। ਹਜ਼ੂਰ ਨੇ ਗੁਰੂ ਬਾਰੇ ਪੁੱਛਿਆ ਤਾਂ ਪੀਰ ਨੇ ਉੱਤਰ ਦਿੱਤਾ, ਪਾਤਸ਼ਾਹ ਉਹ ਤਾਂ ਸਵਰਗਵਾਸ ਹੋ ਗਏ ਹਨ। ਕਲਾਮ ਕੀ ਦੇ ਗਿਆ ਸੀ, ਦੱਸੀ ਤਾਂ। ਹਜ਼ੂਰ ਨੇ ਬਚਨ ਕੀਤਾ। ਉਸਨੇ ਕਲਾਮ ਦੱਸਿਆ, ਸੱਚੇ ਦਿਲੋਂ ਕਲਾਮ ਪੜ੍ਹਿਆ ਕਰ, 9 ਨਿੱਧਾਂ 12 ਸਿੱਧਾਂ ਹੋਣਗੀਆਂ। ਬਾਬਾ ਜੀ ਨੇ ਫਰਮਾਇਆ, ਇਹ ਪੀਰ ਫਿਰ ਬਹੁਤ ਚਿਰ ਇੱਥੇ ਆਉਂਦਾ ਰਿਹਾ। ਇਸ ਨੂੰ ਹਜ਼ੂਰ ਮੁਲਤਾਨੀਆ ਕਹਿ ਕੇ ਪੁਕਾਰਿਆ ਕਰਦੇ ਸਨ। ਖਿਨਮੈ ਨੀਚ ਕੀਟ ਕਹੋ ਰਾਜ। ਪਿੰਡ ਖੜਕ ਸਿੰਘ ਵਾਲੇ ਦਾ ਇੱਕ ਜ਼ਿਮੀਂਦਾਰ ਸੀ। ਉਸਦੀ ਜ਼ਮੀਨ ਪਿੰਡ ਦੇ ਇੱਕ ਤਕੜੇ ਜ਼ਿਮੀਂਦਾਰ ਨੇ ਦੱਬ ਲਈ। ਪਰਿਵਾਰ ਉਸਦੇ ਨਹੀਂ ਸੀ। ਉਹ ਬਾਹਰ ਫਿਰਦਾ ਰਹਿੰਦਾ। ਇੱਕ ਦਿਨ ਕੋਈ ਅਣਜਾਣ ਸਾਧੂ ਮਿਲ ਗਿਆ। ਉਸਦੇ ਕੋਲ ਉਸਨੇ ਆਪਣੀ ਵਿੱਥਿਆ ਸੁਣਾਈ। ਸਾਧੂ ਨੇ ਇੱਕ ਸ਼ਬਦ ਪੜ੍ਹਨ ਲਈ ਕਿਹਾ, ਇਸਦੇ ਪੜ੍ਹਨ ਨਾਲ ਤੇਰੀ ਜ਼ਮੀਨ ਮਿਲ ਜਾਵੇਗੀ। ਇਸ ਮੰਤਰ ਨਾਲ ਦੇਵਤਾ ਤੇਰੇ ਵੱਸ ਹੋ ਜਾਵੇਗਾ ਅਤੇ ਤੇਰੇ ਵਿੱਚ ਤਾਕਤ ਆ ਜਾਵੇਗੀ। ਉਸ ਦੇ ਕਹਿਣ ਮੁਤਾਬਿਕ ਸ਼ਬਦ ਪੜ੍ਹਨ ਲੱਗਾ, ਪਰ ਮਰਿਆਦਾ ਦਾ ਪਤਾ ਨਹੀਂ ਸੀ। ਮੰਤਰ ਉਲਟ ਪੈ ਗਿਆ। ਜਦ ਦੁਖੀ ਹੋਣ ਲੱਗਾ ਤਾਂ ਕਿਸੇ ਨੇ ਦੱਸਿਆ ਕਿ ਜੇ ਚੰਗੇ ਦਿਨ ਕੱਟਣੇ ਹਨ ਤਾਂ ਪੁੱਛੋ ਬਾਬਾ ਜੀ ਰੂਮੀ ਵਾਲਿਆਂ ਕੋਲ ਚਲਿਆ ਜਾ। ਇੱਕ ਦਿਨ ਉਹ ਬਾਬਾ ਜੀ ਦੇ ਦਰ 'ਤੇ ਆ ਗਿਆ। ਆਗਿਆ ਲੈ ਕੇ ਬਾਬਾ ਜੀ ਪਾਸ ਚਲਾ ਗਿਆ। ਨਮਸਕਾਰ ਕਰਕੇ ਸਾਰੀ ਹੱਡ ਬੀਤੀ ਸੁਣਾਈ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਸਾਡੇ ਕੋਲ ਤਾਂ 2 ਹੀ ਚੀਜ਼ਾਂ ਹਨ, ਸੇਵਾ ਕਰਨੀ ਜਾਂ ਨਾਮ ਜਪਣਾ। ਨਾਮ ਜਪਣ ਵਿੱਚ ਤੇਰਾ ਤਨ ਮਨ ਨਹੀਂ ਲੱਗਦਾ ਤੇ ਤੂੰ ਇੱਥੇ ਰਹਿ ਕੇ ਸੇਵਾ ਹੀ ਕਰ ਲਿਆ ਕਰ। ਮਹਾਰਾਜ ਦੱਸੋ ਕਿਹੜੀ ਸੇਵਾ ਕਰਾਂ? ਉਸਨੇ ਪੁੱਛਿਆ। ਇੱਥੇ ਜੋ ਸੇਵਾ ਦੱਸੇ ਕਰ ਲਿਆ ਕਰ। ਦੂਜੀ ਸੇਵਾ ਪਾਣੀ ਦਾ ਜਿਹੜਾ ਭਾਂਡਾ ਚੁੱਕ ਸਕੇ ਲੈ ਕੇ ਖੂਹ ਤੋਂ ਪਾਣੀ ਭਰ ਲਿਆ ਕਰ। ਬਾਬਾ ਜੀ ਨੇ ਬਚਨ ਕੀਤਾ। ਕਈ ਦਿਨ ਸੇਵਾ ਠੀਕ ਠਾਕ ਚੱਲਦੀ ਰਹੀ। ਇੱਕ ਦਿਨ ਉਹ ਚੀਜ਼ ਜੋ ਪਹਿਲਾਂ ਤੰਗ ਕਰਦੀ ਸੀ ਫਿਰ ਆ ਗਈ। ਉਹ ਪਾਣੀ ਦਾ ਘੜਾ ਲੈ ਕੇ ਕਿਧਰੇ ਹੋਰ ਹੀ ਚਲਾ ਗਿਆ। ਸੇਵਕਾਂ ਨੇ ਬਾਬਾ ਜੀ ਪਾਸ ਬੇਨਤੀ ਕੀਤੀ, ਮਹਾਰਾਜ ਉਹ ਘੜਾ ਲੈ ਕੇ ਕਿਧਰੇ ਹੀ ਚਲਾ ਗਿਆ। ਬਾਬਾ ਜੀ ਨੇ ਬਚਨ ਕੀਤਾ, ਕਿਧਰੇ ਨਹੀਂ ਜਾਏਗਾ, ਆਪੇ ਹੀ ਆ ਜਾਵੇਗਾ। ਥੋੜ੍ਹੀ ਦੇਰ ਬਾਅਦ ਆ ਗਿਆ। ਇਸ ਤਰ੍ਹਾਂ ਉਸ ਦੀ ਹਾਲਤ ਕਈ ਦਿਨ ਰਹੀ। ਫਿਰ ਉਹ ਚੀਜ਼ ਉਸਨੂੰ ਦਿਸਣ ਲੱਗ ਪਈ। ਫੱਕਰ ਨੇ ਸੋਟਾ ਲੈ ਕੇ ਉਸਦੇ ਮਗਰ ਪੈ ਜਾਣਾ। ਇੱਕ ਦਿਨ ਝੰਡਾ ਸਿੰਘ ਸੀਮੇ ਵਾਲਾ ਰਾਤ ਨੂੰ ਉਸਦੇ ਕੋਲ ਪਿਆ ਸੀ। ਉਸਨੂੰ ਉਹ ਚੀਜ਼ ਦਿਖਾਈ ਦਿੱਤੀ ਤਾਂ ਉਹ ਸੋਟਾ ਚੁੱਕ ਕੇ ਮਾਰਨ ਲੱਗ ਪਿਆ। ਝੰਡਾ ਸਿੰਘ ਡਰ ਗਿਆ ਕਿ ਮੇਰੇ ਹੀ ਨਾ ਮਾਰੇ। ਉੱਠ ਕੇ ਬੈਠ ਗਿਆ। ਬਾਬਾ ਜੀ ਨੇ ਸੋਟੀ ਦੀ ਆਵਾਜ਼ ਸੁਣ ਕੇ ਦੇਖਿਆ ਤਾਂ ਬਚਨ ਕੀਤਾ, ਝੰਡਾ ਸਿੰਘ ਡਰਨਾ ਨਹੀਂ, ਇਹ ਤੇਰੇ ਸੋਟੀ ਨਹੀਂ ਮਾਰੇਗਾ। ਝੰਡਾ ਸਿੰਘ ਨੇ ਸਵੇਰੇ ਬੇਨਤੀ ਕੀਤੀ, ਮਹਾਰਾਜ ਇਹ ਕਿੰਨੇ ਦਿਨਾਂ ਤੋਂ ਦੁਖੀ ਹੈ, ਇਸ 'ਤੇ ਕਿਰਪਾ ਕਰੋ। ਝੰਡਾ ਸਿੰਘ ਇਸ ਤੋਂ ਸੇਵਾ ਕਰਾ ਕੇ ਰਾਜੀ ਕਰਨਾ ਹੈ। ਸਮਾਂ ਆਵੇਗਾ ਇਸ ਨੂੰ ਸੇਵਾ ਦਾ ਫਲ ਮਿਲੇਗਾ। ਹਜ਼ੂਰ ਨੇ ਬਚਨ ਕੀਤਾ। ਫਿਰ ਸਮਾਂ ਪਾ ਕੇ ਉਹ ਠੀਕ ਹੋ ਗਿਆ ਤਾਂ ਬਾਬਾ ਜੀ ਨੇ ਪੁੱਛਿਆ, ਤੂੰ ਕੀ ਚਾਹੁੰਦਾ ਹੈ? ਉਸਨੇ ਕਿਹਾ, ਮੇਰੀ ਜ਼ਮੀਨ ਦਿਵਾ ਦਿਓ। ਬਾਬਾ ਜੀ ਨੇ ਬਚਨ ਕੀਤਾ, ਤੂੰ ਗ੍ਰਸਤੀ ਨਹੀਂ, ਜ਼ਮੀਨ ਕੀ ਕਰਨੀ ਹੈ? ਉਸਨੇ ਫਿਰ ਬੇਨਤੀ ਕੀਤੀ, ਜ਼ਮੀਨ ਦਿਵਾ ਦਿਓ। ਚੰਗਾ, ਸ਼ੁੱਧ ਹੈ ਜ਼ਮੀਨ, ਉਹ ਆਪਣੇ ਆਪ ਹੀ ਛੱਡ ਦੇਣਗੇ। ਸੋ ਇਸ ਤਰ੍ਹਾਂ ਹੀ ਹੋਇਆ।